ਨਿਤਨੇਮ ਦੇ ਵਿੱਚ ਚੌਥੀ ਬਾਣੀ ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਉਹ ਵਾਹਿਗੁਰੂ ਅਕਾਲ ਪੁਰਖ ਇੱਕ ਤੋਂ ਭਾਵ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਉਸ ਇੱਕ ਓੰਕਾਰ ਵਾਹਿਗੁਰੂ ਜੀ ਦੀ ਸਦਾ ਹੀ ਫਤਿਹ ਹੈ, ਸਦਾ ਹੀ ਜਿੱਤ ਹੈ। ਪਾਤਸ਼ਾਹੀ ਦਸਵੀਂ, ਇਹ 10ਵੇਂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਹੈ। ਕਬਿਓ ਬਾਚ ਬੇਨਤੀ ਚੌਪਈ। ਸੋ ਕਵੀ ਕੌਣ? ਲੋਕ ਪੁੱਛਦੇ ਕਵੀ ਕੌਣ? ਪਹਿਲਾਂ ਦੱਸਿਆ ਪਾਤਸ਼ਾਹੀ ਦਸਵੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ 52 ਕਵੀ ਸਨ ਅਤੇ ਉਹਨਾਂ 52 ਵਿੱਚ ਆਪ ਵੀ ਬੈਠਿਆ ਕਰਦੇ ਸੀ। ਸਤਿਗੁਰੂ ਮਹਾਰਾਜ ਨੇ ਆਪਣੀ ਰਚਨਾ ਉਚਾਰਨ ਕੀਤੀ ਹੈ। ਸੋ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਸਾਇਰ ਲਿਖਦੇ ਨੇ। ਨਾਨਕ ਸਾਇਰ ਏਵ ਕਹਿਤ ਹੈ। ਇੱਥੇ 10ਵੇਂ ਪਾਤਸ਼ਾਹ ਨੇ ਆਪਣੇ ਆਪ ਨੂੰ ਕਵੀ ਲਿਖਿਆ ਹੈ। ਬਹੁਤ ਸਾਰੇ ਲੋਕ ਭੁਲੇਖਾ ਪਾਉਂਦੇ ਨੇ, ਸੋ ਉਹਨਾਂ ਤੋਂ ਧਿਆਨ ਰੱਖਣਾ, ਹਮੇਸ਼ਾ ਸਾਨੂੰ ਤੋੜਨ ਦਾ ਯਤਨ ਕਰਦੇ ਰਹਿੰਦੇ ਨੇ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਇਹ ਵਾਹਿਗੁਰੂ ਜੀ ਕਿਰਪਾ ਦਾ ਹੱਥ ਦੇ ਕੇ ਸਾਡੀ ਰੱਖਿਆ ਕਰੋ ਅਤੇ ਸਾਡੇ ਚਿੱਤ ਦੀ ਇੱਛਾ ਪੂਰੀ ਹੋ ਜਾਵੇ। ਕੀ ਇੱਛਾ ਭਾਈ? ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਮੇਰਾ ਮਨ ਤੇਰੇ ਚਰਨਾਂ ਵਿੱਚ ਜੁੜਿਆ ਰਹੇ, ਮੈਨੂੰ ਆਪਣਾ ਦਾਸ ਜਾਣ ਕੇ ਮੇਰੀ ਪਾਲਣਾ ਕਰੋ। ਹਮਰੇ ਦੁਸ਼ਟ ਸਭੈ ਤੁਮ ਘਾਵਹੋ, ਆਪ ਹਾਥ ਦਾ ਮੋਹਿ ਬਚਾਵਹੋ। ਤੁਸੀਂ ਸਾਡੇ ਸਾਰੇ ਜਿਹੜੇ ਦੁਸ਼ਟ ਹੈ, ਦੁਸ਼ਮਣਾਂ ਨੂੰ, ਭਾਵੇਂ ਉਹ ਅੰਤਰੀਵਲੇ ਦੁਸ਼ਮਣ ਨੇ, ਭਾਵੇਂ ਉਹ ਬਾਹਰਲੇ ਨੇ, ਦੁਸ਼ਮਣਾਂ ਨੂੰ ਨਾਸ਼ ਕਰ ਦਿਓ ਅਤੇ ਆਪਣੇ ਇਸ ਦਾਸ ਨੂੰ ਮਿਹਰ ਦਾ ਹੱਥ ਦੇ ਕੇ ਦੁਸ਼ਮਣ ਦੇ ਵਾਰਾਂ ਤੋਂ ਬਚਾ ਲਓ। 10ਵੇਂ ਪਾਤਸ਼ਾਹ ਨੇ 14 ਜੰਗ ਕੀਤੇ ਨੇ ਤੁਰਕਾਂ ਦਾ ਨਾਸ਼ ਕਰਨ ਵਾਸਤੇ। 4 ਜੰਗ 6ਵੇਂ ਪਾਤਸ਼ਾਹ ਨੇ ਕੀਤੇ ਨੇ। ਬਾਅਦ ਵਿੱਚ ਸਿੰਘਾਂ ਦੇ ਕਈ ਜੰਗ ਹੋਏ ਨੇ, ਕਾਹਨੂੰਆਣ ਸ਼ੰਭਾਦਕ ਦੇ ਜੰਗ। ਇਸ ਪ੍ਰਕਾਰ ਉਦੋਂ ਮਹਾਰਾਜ ਨੇ ਭਪੌਰ ਸਾਹਿਬ ਇਹ ਬਾਣੀ ਉਚਾਰਨਾ ਕੀਤੀ ਸੀ। ਸਾਰੀ ਜੇ ਵਿਆਖਿਆ ਪੂਰਨ ਸੁਣਨੀ ਆ, ਫਿਰ ਆਪਾਂ ਨੂੰ ਅੰਮ੍ਰਿਤ ਬਾਣੀ ਵਾਲੇ ਸੈੱਟ 'ਚੋਂ ਚੌਪੀ ਸਾਹਿਬ ਦੇ ਅਰਥ ਕੀਤੇ ਆ, ਉੱਥੇ ਸ਼ਰਵਣ ਕਰਨੇ ਪੈਣੇ ਆ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੇਰਾ ਸਾਰਾ ਪਰਿਵਾਰ ਸੁਖੀ ਵਸਦਾ ਰਹੇ। ਕਿਹੜਾ ਪਰਿਵਾਰ? ਹੇ ਸਿਰਜਣਹਾਰ ਜੀ, ਕਹਿੰਦੇ ਜਿੰਨੇ ਗੁਰੂ ਘਰ ਦੇ ਸਿੱਖ ਸੇਵਕ ਹੈ, ਇਹੀ ਗੁਰੂ ਕਾ ਪਰਿਵਾਰ ਹੈ। ਸਾਧ ਸੰਗਤ ਮੋਰ ਅੱਛਾ ਨਿਜ ਕਰਦਾ ਕਰੀਐ, ਸਭ ਬੈਰਨ ਕਉ ਆਜ ਸੰਘਰੀਐ। ਇਹ ਵਾਹਿਗੁਰੂ ਜੀ ਆਪਣੀ ਕਿਰਪਾ ਦਾ ਹੱਥ ਦੇ ਕੇ ਹਰ ਥਾਂ ਅਤੇ ਹਰ ਸਮੇਂ ਮੇਰੀ ਰੱਖਿਆ ਕਰੋ। ਮੇਰੇ ਸਾਰੇ ਦੁਸ਼ਮਣਾਂ ਨੂੰ ਅੱਜ ਹੀ ਮਾਰ ਖਪਾ ਦਿਓ। ਕਿਉਂਕਿ ਉਦੋਂ ਸੰਗਤ ਨੂੰ ਤੁਰਕ ਜਾਂ ਹੋਰ ਲੋਕ ਰਾਹ 'ਚ ਲੁੱਟ ਲਿਆ ਕਰਦੇ ਸੀ, ਜਿਹੜੀ ਭੇਟਾ ਲੈ ਕੇ ਆਉਂਦੀ ਸੀ। ਇਸ ਕਰਕੇ ਕਹਿੰਦੇ ਹਨ ਕਿ ਸੰਗਤ ਦੀ ਰੱਖਿਆ ਕਰੋ ਹਮੇਸ਼ਾ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਨਾਲ ਹੀ ਮੇਰੀ ਇਹ ਵੀ ਆਸਾ, ਜੋ ਤੀਬਰ ਇੱਛਾ ਪੂਰਨ ਹੋਵੇ ਕਿ ਤੇਰੇ ਭਜਨ ਦੀ ਪਿਆਸ ਮੇਰੇ ਮਨ ਨੂੰ ਹਮੇਸ਼ਾ ਲੱਗੀ ਰਹੇ। ਤੋ ਮੈਂ ਛਾੜ ਕੋਈ ਅਵਰ ਨਾ ਧਿਆਊਂ, ਜੋ ਵਰ ਚਾਹਾਂ ਸੋ ਤੁਮ ਤੇ ਪਾਊਂ। ਇਹ ਵੀ ਬੇਨਤੀ ਹੈ ਕਿ ਤੁਹਾਨੂੰ ਛੱਡ ਕੇ ਮੈਂ ਹੋਰ ਕਿਸੇ ਦੇਵੀ ਦੇਵਤੇ ਨੂੰ ਨਾ ਧਿਆਵਾਂ। ਜੋ ਵੀ ਵਰ ਚਾਹਾਂ ਉਹ ਆਪ ਜੀ ਪਾਸੋਂ ਹੀ ਪ੍ਰਾਪਤ ਕਰਾਂ। ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਨ ਚੁਨ ਸਤੁਰ ਹਮਾਰੇ ਮਾਰੀਆ ਹੈ। ਮੇਰੇ ਸਾਰੇ ਹੀ ਸਿੱਖ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੋ। ਜੋ ਵੀ ਨਾਲ ਜੁੜੇ ਨੇ ਸੰਗਤ ਸਾਰੀ, ਗੁਰੂ ਨਾਨਕ ਦੀ ਸਾਰੀ ਸੰਗਤ, ਅਤੇ ਸਾਡੇ ਸਾਰੇ ਹੀ ਦੁਸ਼ਮਣਾਂ ਨੂੰ ਚੁਣ ਚੁਣ ਕੇ ਮਾਰ ਦਿਓ ਜੋ ਦੋਖੀ ਨੇ ਗੁਰੂ ਘਰ ਦੇ। ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤਰਾਸ ਨਿਵਰੀਐ। ਆਪ ਕਿਰਪਾ ਦਾ ਹੱਥ ਦੇ ਕੇ ਮੈਨੂੰ ਬਚਾ ਲਵੋ ਅਤੇ ਮੇਰੇ ਮਨ ਵਿੱਚੋਂ ਮਰਨ ਕਾਲ, ਅੰਤ ਦੇ ਸਮੇਂ ਦਾ ਜਿਹੜਾ ਡਰ ਹੈ, ਮੌਤ ਦਾ ਡਰ ਹੈ, ਇਹ ਦੂਰ ਕਰ ਦਿਓ। ਦੇਹ ਸ਼ਿਵਾ ਬਰ ਮੋਹੇ, ਇਹ ਸ਼ੁਭ ਕਰਮਨ ਤੇ ਕਬਹੁ ਨ ਕਰੋ। ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਅਰ ਸਿੱਖੋ ਆਪਣੇ ਹੀ ਮਨ ਕੋਏ ਲਾਲਚ ਹਾਂ ਗੁਣ ਤਾਉ ਚਰੋ। ਜਾਬੇ ਆਪ ਕੀ ਆਓ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੋ। ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜੋ ਕਰਿਓ ਰੱਛਾ। ਤੁਸੀਂ ਹਮੇਸ਼ਾ ਸਾਡੇ ਪੱਖ 'ਤੇ ਖੜੇ ਰਹੋ, ਸਾਡੀ ਰੱਖਿਆ ਕਰਿਓ। ਅੰਗੀਕਾਰ ਉਹ ਕਰੇ ਤੇਰਾ। ਸ੍ਰੀ ਅਸ ਤੁਜ, ਸ੍ਰੀ ਸਾਹਿਬ ਧਾਰਨ ਵਾਲੇ ਮਹਾਂਕਾਲ ਜੀ, ਤੁਸੀਂ ਹਮੇਸ਼ਾ ਮੇਰੀ ਰੱਖਿਆ ਕਰਨੀ ਜੀ। ਰਾਖ ਲਿਓ ਮੋਇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਇਹ ਰੱਖਿਆ ਕਰਨ ਵਾਲੇ ਵਾਹਿਗੁਰੂ, ਤੁਸੀਂ ਮੇਰੀ ਰੱਖਿਆ ਕਰੋ। ਤੁਸੀਂ ਸੰਤਾਂ ਦੇ ਮਾਲਕ ਅਤੇ ਪਿਆਰਿਆਂ ਦੇ ਸਹਾਈ ਹੋ ਜੀ। ਦੀਨ ਬੰਧੁ ਦੁਸਤਨ ਕੇ ਹੰਤਾ, ਤੁਮਹੁ ਪੁਰੀ ਚਤੁਰਦਸ ਕੰਤਾ। ਆਪ ਦੀਨਾ ਬੰਧੂ ਹੋ, ਗਰੀਬਾਂ ਦੇ ਮਦਦਗਾਰ ਅਤੇ ਦੁਸ਼ਟਾਂ ਦੇ ਨਾਸ਼ ਕਰਨ ਵਾਲੇ। ਤੁਸੀਂ 14 ਪੁਰੀਆਂ ਦੇ ਭਾਵ ਸਾਰੇ ਬ੍ਰਹਿਮੰਡਾਂ ਦੇ ਮਾਲਕ ਹੋ। ਚਤੁਰਦਸ ਕੰਤਾ, ਪੁਰੀਆਂ ਜਿਹੜੀਆਂ ਚਤੁਰ 4 10 ਹੁੰਦੀਆਂ, 10 10 ਤੇ 4 14 ਪੁਰੀਆਂ ਦੇ ਕੰਤਾ ਹੁੰਦੇ ਮਾਲਕ ਹੋ। ਸੋ ਅੱਗੇ ਕਾਲ ਸ਼ਬਦ ਦੁਆਰਾ ਅਕਾਲ ਪੁਰਖ ਨੂੰ ਸੰਬੋਧਨ ਕੀਤਾ। ਕਾਲ ਪਦ ਦੇ ਅਰਥ ਤਾਂ ਭਾਵੇਂ ਬੇਅੰਤ ਨੇ, ਪਰ ਪ੍ਰਕਰਨ ਅਨੁਸਾਰ ਕਾਲ ਦਾ ਅਰਥ ਇੱਥੇ ਅਕਾਲ ਪੁਰਖ ਹੈ।
ਜਾਂ ਸਮਾਂ ਪਾ ਕੇ ਵਧੇਰੇ ਇੱਥੇ ਜਿਹੜੇ ਸ਼ਬਦ ਨੇ ਇਹ ਟੁਕਦੇ ਨੇ, ਕਿਉਂਕਿ ਪਿੰਗਲ ਦੇ ਮੁਤਾਬਕ ਕਾਲ ਅੱਖਰ ਲਿਖਿਆ ਹੋਵੇ ਤਾਂ ਅਕਾਲ ਐੜਾ ਆਪਣੇ ਆਪ ਹੀ ਮੂਹਰੋਂ ਨਿਕਲਿਆ ਹੁੰਦਾ। ਕੋਈ ਵੀ ਮੁਕਤਾ ਅੱਖਰ ਉਹਦੇ ਮੂਹਰੋਂ ਐੜਾ ਆਪਣੇ ਆਪ ਬਣ ਸਕਦਾ, ਪਰ ਮਹਾਰਾਜ ਦਾ ਜਿਹੜਾ ਨਿਸ਼ਾਨਾ ਉਹ ਅਕਾਲ ਪੁਰਖ ਹੀ ਹੈ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਅਕਾਲ ਪੁਰਖ ਦੀ ਆਗਿਆ ਪਾ ਕੇ ਸਮਾਂ ਪਾ ਕੇ ਬ੍ਰਹਮਾ ਨੇ ਸਰੀਰ ਧਾਰਨਾ ਕੀਤਾ, ਬਪ ਹੁੰਦਾ ਸਰੀਰ, ਅਤੇ ਉਸੇ ਹੀ ਕਾਲ ਦਾ ਹੁਕਮ ਪਾ ਕੇ ਸ਼ਿਵ ਜੀ ਜੋ ਹੈ ਅਵਤਰਾ ਪ੍ਰਗਟ ਹੋਇਆ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਉਸੇ ਹੀ ਮਹਾਕਾਲ ਦਾ ਹੁਕਮ ਪਾ ਕੇ ਵਿਸ਼ਨੂੰ ਪ੍ਰਗਟ ਹੋਇਆ। ਇਹ ਸੰਸਾਰ ਦਾ ਸਾਰਾ ਤਮਾਸ਼ਾ ਅਕਾਲ ਪੁਰਖ ਨੇ ਆਪ ਹੀ ਪੈਦਾ ਕੀਤਾ ਹੈ। ਜਵਨ ਕਾਲ ਜੋਗੀ ਸਿਵ ਕੀਓ, ਵੇਦਰਾਜ ਬ੍ਰਹਮਾ ਜੂ ਥੀਓ। ਜਿਸ ਅਕਾਲ ਪੁਰਖ ਨੇ ਸ਼ਿਵ ਜੀ ਨੂੰ ਜੋਗੀ ਬਣਾ ਦਿੱਤਾ ਅਤੇ ਬ੍ਰਹਮਾ ਜੀ ਵੇਦਾਂ ਦਾ ਰਾਜਾ ਭਾਵ ਵੇਦਾਂ ਦਾ ਕਰਤਾ ਬਣ ਗਏ ਨੇ। ਇਹ ਜੂ ਅੱਖਰ ਜੀ ਦੀ ਥਾਂ ਵਰਤਿਆ ਜਾਂਦਾ। ਇਹ ਜੂ ਅੱਖਰ ਮੱਧ ਪ੍ਰਦੇਸ਼ ਤੋਂ ਅੱਗੇ ਜਾ ਕੇ ਸਾਰੇ ਇਲਾਕਿਆਂ 'ਚ ਵਰਤਿਆ ਜਾਂਦਾ। ਤਾਂਹੀਓ ਮਹਾਰਾਜ ਨੇ ਇਹ ਉੱਧਰ, ਕਿਉਂਕਿ ਬਿਹਾਰ ਦੇ ਵਿੱਚ ਆਪ ਦਾ ਅਵਤਾਰ ਹੋਇਆ, ਉੱਧਰਲੀ ਬੋਲੀ ਵੀ ਜਾਂ ਸਤਿਗੁਰੂ ਨੇ ਸਾਰੀਆਂ ਬੋਲੀਆਂ ਲਿਖ ਕੇ ਜਾਂ ਆਪਸ ਵਿੱਚ ਜਿਹੜਾ ਸੀਗਾ ਏਕਤਾ ਕੀਤੀ ਸਭਨਾਂ ਦੀ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਿਸ ਮਹਾਕਾਲ ਨੇ ਸਭ ਲੋਕਾਂ ਨੂੰ ਸਾਜਿਆ ਸਵਾਰਿਆ ਉਹਨੂੰ ਸਾਡੀ ਨਮਸਕਾਰ ਹੈ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ। ਜਿਸ ਕਾਲ ਸਰੂਪ ਪ੍ਰਭੂ ਨੇ ਸਾਰੇ ਸੰਸਾਰ ਨੂੰ ਬਣਾਇਆ, ਦੇਵਤੇ ਦੈਤ ਅਤੇ ਜਛ ਵੀ ਉਹਨੇ ਪੈਦਾ ਕੀਤੇ ਹਨ। ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਉਹ ਸ੍ਰਿਸ਼ਟੀ ਦੇ ਆਰੰਭ ਤੋਂ ਲੈ ਕੇ ਅੰਤ ਪਰਯੰਤ ਇੱਕੋ ਹੀ ਵਜੂਦ ਵਿੱਚ ਅਵਤਾਰਾ ਪ੍ਰਗਟ ਰਹਿੰਦਾ। ਉਹੀ ਅਕਾਲ ਪੁਰਖ ਸਾਡਾ ਗੁਰੂ ਹੈ। ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ ਭਾਈ। ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਉਸ ਅਕਾਲ ਪੁਰਖ ਨੂੰ ਸਾਡੀ ਨਮਸਕਾਰ ਹੈ ਜਿਹਨੇ ਸਾਰੀ ਪ੍ਰਜਾ ਆਪ ਪੈਦਾ ਕੀਤੀ ਹੈ। ਸੇਵਕਨ ਕੋ ਸਭ ਗੁਣ ਸੁਖ ਦੀਓ, ਸਤਨ ਕੋ ਪਲਮ ਬਧ ਕੀਓ। ਉਸ ਵਾਹਿਗੁਰੂ ਨੇ ਆਪਣੇ ਸੇਵਕਾਂ ਨੂੰ ਸਭ ਗੁਣ ਦਾ 100 ਗੁਣਾ ਸੁਖ ਬਖਸ਼ਿਸ਼ ਕੀਤਾ। ਸਭ ਗੁਣ ਸੇ ਕਈ ਪਾਠ ਸਿਵ ਗੁਣ ਵੀ ਕਰਦੇ ਆ, ਉਹਨਾਂ ਦੀ ਆਪਣੀ ਮਰਜ਼ੀ ਹੋਈ ਹੈ, ਪਰ ਇਹ ਸਭ ਗੁਣ ਮਹਾਂਪੁਰਖਾਂ ਨੇ ਸੁੱਧ ਪਾਠ ਦੱਸਿਆ ਅਤੇ ਦੁਸ਼ਮਣਾਂ ਨੂੰ ਇੱਕ ਪਲ ਵਿੱਚ ਹੀ ਨਾਸ਼ ਕਰ ਦਿੱਤਾ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਵਾਹਿਗੁਰੂ ਹਰ ਜੀਵ ਦੇ ਘਟ ਘਟ ਹੁੰਦਾ ਸਰੀਰ, ਦਿਲ ਦੇ ਅੰਦਰ ਹਿਰਦੇ ਦੀ ਦਸ਼ਾ ਨੂੰ ਜਾਣਦਾ ਅਤੇ ਭਲੇ ਬੁਰੇ ਦੀ ਪੀਰ ਹੁੰਦੀ ਤਕਲੀਫ ਨੂੰ ਵੀ ਪਛਾਣਦਾ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕੀੜੀ ਤੋਂ ਲੈ ਕੇ ਕੁੰਚਰ ਭਾਵ ਹਾਥੀ ਤੱਕ ਜਿੰਨੀ ਵੀ ਅਸਥੂਲ ਸ੍ਰਿਸ਼ਟੀ ਹੈ, ਸਾਰੀ ਸ੍ਰਿਸ਼ਟੀ ਤੇ ਉਹ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਫੂਲਾ ਤੋਂ ਭਾਵ ਪ੍ਰਫੁੱਲਤ ਹੁੰਦਾ, ਖੁਸ਼ ਹੁੰਦਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਫਿਰ ਉਹਦਾ ਸੁਭਾਅ ਇਸ ਤਰ੍ਹਾਂ ਕਿ ਸੰਤਾਂ ਦੇ ਦੁੱਖ ਪਾਉਣ ਤੋਂ ਵਾਹਿਗੁਰੂ ਦੁਖੀ ਹੋ ਜਾਂਦਾ ਅਤੇ ਸਾਧੂਆਂ ਦੇ ਸੁਖ ਪਾਉਣ ਤੋਂ ਸੁਖੀ ਹੁੰਦਾ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਉਹ ਵਾਹਿਗੁਰੂ ਇੱਕ ਇੱਕ ਜੀਵ ਦੀ ਤਕਲੀਫ ਨੂੰ ਪਛਾਣਦਾ, ਕਿਉਂਕਿ ਉਹਦੀ ਜੋਤ ਹੀ ਸਾਰਿਆਂ ਅੰਦਰ। ਉਹ ਤਾਂ ਜੀਵਾਂ ਦੇ ਘਟ ਹੁੰਦਾ ਸਰੀਰ ਅਤੇ ਪਟ ਹੁੰਦਾ ਮਨ ਦੀ ਇੱਕ ਇੱਕ ਗੁਪਤ ਗੱਲ ਨੂੰ ਅੰਦਰ ਜਾਣਦਾ, ਤਲਹੀਲ ਤੱਕ। ਪਟ ਹੁੰਦਾ ਪਰਦਿਆਂ ਦੇ ਅੰਦਰ, ਜਿਹੜਾ ਪਰਦੇ ਦੀ ਗੱਲ ਆ ਉਹ ਵੀ ਜਾਣਦਾ ਉਹ ਸਭ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਦੋਂ ਸਿਰਜਣਹਾਰ ਉਦ ਕਰਖ ਕਰਦਾ, ਸ੍ਰਿਸ਼ਟੀ ਪੈਦਾ ਕਰਨ ਵਾਸਤੇ ਸੰਕਲਪ ਕਰਦਾ ਹੈ, ਤਾਂ ਉਸ ਵੇਲੇ ਜਿੰਨੀ ਵੀ ਸ੍ਰਿਸ਼ਟੀ ਹੈ ਇਹ ਅਪਾਰਾ ਹੁੰਦੀ, ਬਹੁਤੇ ਸਰੀਰ ਧਾਰਨ ਕਰ ਲੈਂਦੀ ਹੈ। ਵਾਹਿਗੁਰੂ ਦੇ ਸਨਮੁਖ ਬੇਨਤੀ ਕਰਦੇ ਆ ਅਤੇ ਤਰੀਕਾ ਦੱਸਦੇ ਆ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਇਹ ਵਾਹਿਗੁਰੂ ਜੀ ਜਦੋਂ ਕਿਤੇ ਆਪ ਆਪਣੇ ਸੰਕਲਪ ਨੂੰ ਆਕਰਖ ਖਿੱਚ ਲੈਂਦੇ ਹੋ, ਭਾਵ ਸੰਸਾਰ ਸਮੇਟਣ ਦੀ ਇੱਛਾ ਪੈਦਾ ਹੋ ਜਾਂਦੀ ਹੈ, ਤਾਂ ਜਿੰਨੇ ਵੀ ਦੇਹ ਧਾਰ ਭਾਵ ਸਰੀਰ ਧਾਰੀ ਜਿਹੜੇ ਜੀਵ ਹੈ ਜਾਂ ਪਦਾਰਥ ਹੈ, ਉਹ ਸਾਰੇ ਤੁਹਾਡੇ ਵਿੱਚ ਹੀ ਮਿਲ ਜਾਂਦੇ ਆ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਇਹ ਸਾਰੀ ਸ੍ਰਿਸ਼ਟੀ ਜਿੰਨੇ ਵੀ ਬਦਨ ਹੁੰਦੀ ਮੁੱਖ ਧਾਰਨ ਕਰਦੀ ਹੈ, ਜਿਹਦਾ ਜਿਹੜਾ ਜਿਹਾ ਜਿਹਾ ਮੂੰਹ ਹੈ ਉਹ ਆਪੋ ਆਪਣੀ ਸਮਝ ਮੁਤਾਬਕ ਤੇਰੇ ਸੰਬੰਧ ਵਿੱਚ ਕੋਈ ਨਾ ਕੋਈ ਕਹਿਣ ਦਾ ਯਤਨ ਕਰਦੀ ਹੈ। ਕੋਈ ਪੁੱਠਾ, ਕੋਈ ਸਿੱਧਾ, ਕੋਈ ਕੁਛ ਬੋਲੀ ਜਾਂਦਾ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਵੇਦ ਭੇਦ ਅਰਿਆਲਮ। ਪਰ ਤੁਸੀਂ ਸਾਰੀ ਸ੍ਰਿਸ਼ਟੀ ਦੀ ਬੋਲ ਬਾਣੀ ਤੋਂ ਹਮੇਸ਼ਾ ਨਿਰਲੇਪ ਰਹਿੰਦੇ ਹੋ। ਇਸ ਗੱਲ ਦਾ ਭੇਦ ਜਿਹੜਾ ਉਹ ਵੇਦ ਭਾਵ ਧਰਮ ਗ੍ਰੰਥ ਅਤੇ ਆਲਮ ਗਿਆਨਵਾਨ ਬੰਦੇ ਜਾਣਦੇ ਨੇ। ਨਿਰੰਕਾਰ ਨਿਰਵਿਕਾਰ ਨਿਰਲੰਭ, ਆਦ ਅਨੀਲ ਅਨਾਦ ਸੰਭ। ਉਹ ਵਾਹਿਗੁਰੂ ਨਿਰਾਕਾਰ ਮਾਇਕੀ ਆਕਾਰਾਂ ਤੋਂ ਪਰੇ ਹੈ, ਨਿਰਵਿਕਾਰ ਕਾਮ ਆਦਿਕ ਵਿਕਾਰਾਂ ਤੋਂ ਰਹਿਤ ਹੈ, ਨਿਰਲੰਭ ਹੁੰਦਾ, ਆਸਰੇ ਤੋਂ ਰਹਿਤ ਹੈ। ਉਹ ਵਾਹਿਗੁਰੂ ਆਦ ਹੁੰਦਾ, ਕਾਰਨ ਸਰੂਪ ਹੈ, ਅਨੀਲ ਹੁੰਦਾ, ਗਿਣਤੀ ਤੋਂ ਰਹਿਤ ਹੈ, ਅਨਾਦ ਹੁੰਦਾ, ਅਨ ਆਦ ਉਤਪਤੀ ਰਹਿਤ ਹੈ,
ਅਤੇ ਅਸੰਭ ਹੁੰਦਾ ਅਚਰਜ ਰੂਪ ਹੈ। ਆ ਵਿਸ਼ੇਸ਼ ਕਰਕੇ ਸੰਭ ਸੁਤੇ ਪ੍ਰਕਾਸ਼ ਰੂਪ ਹੈ। ਇਹ ਜਾਪ ਸਾਹਿਬ 'ਚ ਪਹਿਲਾਂ ਆ ਚੁੱਕੇ ਸਾਰੇ ਅਰਥ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ। ਮੂਰਖ ਲੋਕ ਉਹਦਾ ਭੇਦ ਦੱਸਣ ਦਾ ਯਤਨ ਕਰਦੇ ਆ, ਜਿਹਦਾ ਭੇਦ ਵੇਦਾਂ ਅਤੇ ਵੈਦਿਕ ਲਿਖੀਆਂ ਨੇ ਵੀ ਨਹੀਂ ਪਾਇਆ। ਤਾ ਕਉ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ। ਕਈ ਇਹੋ ਜਿਹੇ ਮਹਾ ਮੂੜ ਵੱਡੇ ਮੂਰਖ ਹੈ ਜਿਹੜੇ ਉਸ ਅਕਾਲ ਪੁਰਖ ਦਾ ਰੰਚਕ ਮਾਤਰ ਭੇਦ ਨਹੀਂ ਜਾਣਦੇ, ਬਲਕਿ ਉਸ ਵਾਹਿਗੁਰੂ ਨੂੰ ਪਾਹਨ ਪੱਥਰ ਨੂੰ ਸਮਝ ਕੇ ਅਨਹੁੰਦਾ ਨਿਰੰਤਰ ਲਗਾਤਾਰ ਮੰਨਦੇ ਪੂਜਦੇ ਰਹਿੰਦੇ ਆ। ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਂਤ ਨਹਿ ਭਿਵ। ਕਈ ਬੇਸਮਝ ਲੋਕ ਜਿਹੜੇ ਮਹਾਦੇਵ ਭਾਵ ਸ਼ਿਵ ਜੀ ਨੂੰ ਹੀ ਸਦਾ ਸਿਵ ਸदैवी ਕਲਿਆਣ ਸਰੂਪ ਪ੍ਰਮਾਤਮਾ ਹੀ ਬਿਆਨ ਕਰੀ ਜਾਂਦੇ ਨੇ। ਵਾਸਤਵ ਵਿੱਚ ਉਸ ਨਿਰੰਕਾਰ ਵਾਹਿਗੁਰੂ ਦਾ ਉਹ ਭਿਵ ਹੁੰਦਾ ਭੇਦ ਕਿਸੇ ਨੇ ਨਹੀਂ ਚੀਨਤ ਭਾਵ ਜਾਣਦੇ, ਕੋਈ ਵੀ ਨਹੀਂ ਜਾਣ ਸਕਿਆ। ਮਹਾਦੇਵ ਹੋਰ ਹੈ, ਸਦਾ ਸਿਵ ਹੋਰ ਹੈ। ਇਹ ਠੀਕ ਹੈ ਕਿ ਉਹਦਾ ਨਾਮ ਸ਼ਿਵ ਜੀ ਰੱਖਿਆ ਹੋਇਆ, ਪਰ ਸ਼ਿਵ ਜੀ ਉਹਨਾਂ ਦੀ ਆਪਣੀ ਡਿਊਟੀ ਆ, ਅਕਾਲ ਪੁਰਖ ਜੀ ਨੇ ਬਣਾਏ ਨੇ। ਸ਼ਿਵ ਜੀ ਹੋਣੇ ਵੀ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਮਾਣ, ਤੇ ਸਦਾ ਸਿਵ ਜੋ ਕਲਿਆਣ ਸਰੂਪ ਹੈ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ। ਇਹ ਵਾਹਿਗੁਰੂ ਜਿੰਨੀ ਵੀ ਕਿਸੇ ਦੀ ਆਪੋ ਆਪਣੀ ਮੱਤ ਹੁੰਦੀ ਆ, ਉਹ ਸਾਰੀ ਜੀਵ ਸ੍ਰਿਸ਼ਟੀ ਭਿੰਨ ਭਿੰਨ ਰੂਪਾਂ 'ਚ ਤੇਰਾ ਬਿਆਨ ਕਰੀ ਜਾਂਦੇ ਨੇ। ਜਿਹਾ ਜਿਹਾ ਦਿਮਾਗ ਹੈ, ਬੁੱਧੀ ਆ ਕਿਸੇ ਦੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਧ ਸਜਾ ਪ੍ਰਥਮ ਸੰਸਾਰਾ। ਹੇ ਸਿਰਜਣਹਾਰ, ਤੁਹਾਡਾ ਸੰਸਾਰ ਦਾ ਪਸਾਰਾ ਕਿੰਨਾ ਕੁ ਵੱਡਾ ਹੈ, ਇਹਦੇ ਬਾਰੇ ਕੁਝ ਵੀ ਨਹੀਂ ਜਾਣਿਆ ਜਾ ਸਕਦਾ। ਇਸ ਸੰਸਾਰ ਨੂੰ ਸਭ ਤੋਂ ਪਹਿਲਾਂ ਕਿਸ ਢੰਗ ਨਾਲ ਰਚਿਆ ਸੀ, ਇਹਦੇ ਬਾਰੇ ਵੀ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀਂ ਭੂਪਾ। ਉਸ ਅਨੂਪ ਹੁੰਦਾ, ਉਪਮਾ ਤੋਂ ਰਹਿਤ, ਬੇਮਿਸਾਲ ਸੁੰਦਰ ਰੂਪ ਵਾਲੇ ਵਾਹਿਗੁਰੂ ਦਾ ਹਰ ਵੇਲੇ ਇੱਕੋ ਜਿਹਾ ਰੂਪ ਰਹਿੰਦਾ। ਉਹ ਆਪਣੀ ਇੱਛਾ ਅਨੁਸਾਰ ਕਦੇ ਰੰਕ ਤੋਂ ਭਾਵ ਕੰਗਾਲ ਹੋ ਰਿਹਾ, ਕਦੇ ਭੂਪਾ ਧਰਤੀ ਦਾ ਮਾਲਕ ਰਾਜਾ ਬਣ ਰਿਹਾ, ਬੈਠਾ ਸਾਰਿਆਂ 'ਚ ਆਪ ਹੀ ਹੈ। ਅੰਡਜ ਜੇਰਜ ਸੇਤਜ ਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਉਹ ਵਾਹਿਗੁਰੂ ਨੇ ਪਹਿਲਾਂ ਅੰਡਜ ਜੇਰਜ ਸੇਤਜ ਉਤਪੁਜ ਇਹ 3 ਖਾਣੀਆਂ ਨੂੰ ਪੈਦਾ ਕੀਤਾ। ਇਹਨਾਂ ਬਾਅਦ ਫਿਰ ਚੌਥੀ ਉਤਪੁਜ ਖਾਣੀ ਵੀ ਰਚ ਦਿੱਤੀ। ਕਹੂੰ ਫੂਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਪਇਓ ਸ਼ੰਕਰ ਇਕੱਠਾ। ਉਹ ਵਾਹਿਗੁਰੂ ਕਿਧਰੇ ਰਾਜਾ ਹੋ ਕੇ, ਫੂਲ ਐਨ ਖੁਸ਼ ਹੋ ਕੇ ਰਾਜ ਸਿੰਘਾਸਨ ਤੇ ਬੈਠਾ, ਕਿਤੇ 10 ਇੰਦਰੀਆਂ ਨੂੰ ਸੰਕੋਚ ਕੇ ਅਤੇ ਮਨ ਦੀਆਂ ਬਿਰਤੀਆਂ ਨੂੰ ਇਕੱਠਾ ਕੇਂਦਰਿਤ ਕਰਕੇ ਸ਼ੰਕਰ ਤੋਂ ਭਾਵ ਸ਼ਿਵ ਜੀ ਰੂਪ ਹੋ ਕੇ ਬਿਰਾਜਮਾਨ ਹੋ ਰਿਹਾ। ਸਿਗਰੀ ਸ੍ਰੇਸ਼ਟ ਦਿਖਾਏ ਅਚੰਭਵ, ਆਦਿ ਜੁਗਾਦ ਸਰੂਪ ਸਵੈੰਭਵ। ਸਿਗਰੀ ਦਾ ਅਰਥ ਹੁੰਦਾ ਸਾਰੀ। ਕਈਆਂ ਨੇ ਕੱਟਤੀ ਸਿਆਰੀ ਸਗਰੀ ਕਰਤਾ। 10ਮ ਗ੍ਰੰਥ ਵਿੱਚ 15-20 ਥਾਂ ਸਿਗਰੀ ਆਉਂਦਾ, ਉਹ ਕਿਵੇਂ ਕੱਟੋਗੇ ਫਿਰ? ਜਿਨ੍ਹਾਂ ਨੇ 10ਮ ਦਾ ਪਾਠ ਨਹੀਂ ਕੀਤਾ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੈਗਾ ਪਾਠ ਹੁੰਦੇ ਕੀ ਆ। ਕੋਲੋਂ ਹੀ ਜਿਵੇਂ ਬਣਾ ਲਿਆ ਮਨ ਦੇ ਅੰਦਰੋਂ ਹੀ, ਬਸ ਐਂ ਹੋਣਾ ਚਾਹੀਦਾ। ਸਾਰੀ ਸ੍ਰਿਸ਼ਟੀ ਅਚਰਜ ਰੂਪ ਪੈਦਾ ਕਰਕੇ ਦਿਖਾ ਰਿਹਾ, ਤੇ ਉਹ ਆਪ ਆਦਿ ਜੁਗਾਦ ਮਤਲਬ ਹਮੇਸ਼ਾ ਸਵੈੰਭਵ ਹੁੰਦਾ, ਸੁਤੇ ਪ੍ਰਕਾਸ਼ ਰੂਪ ਵਿੱਚ ਟਿਕ ਰਿਹਾ ਵਾਹਿਗੁਰੂ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ। ਹੁਣ ਵਾਹਿਗੁਰੂ ਦੇ ਸਨਮੁਖ ਬੇਨਤੀ ਹੈ, ਇਹ ਵਾਹਿਗੁਰੂ ਤੁਸੀਂ ਹੁਣ ਵਰਤਮਾਨ ਕਾਲ ਵਿੱਚ ਮੇਰੀ ਰੱਖਿਆ ਕਰੋ ਅਤੇ ਗੁਰੂ ਘਰ ਦੇ ਸਿੱਖਾਂ ਨੂੰ ਹਰ ਮੁਸ਼ਕਲ ਤੋਂ ਬਚਾ ਕੇ ਅਸਿੱਖ ਸਿੱਖਾਂ ਦੇ ਵਿਰੋਧੀਆਂ ਨੂੰ ਹਮੇਸ਼ਾ ਲਈ ਖਤਮ ਕਰ ਦਿਓ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਛ ਕਰੋ ਰਣ ਘਾਤਾ। ਜਿੰਨੇ ਵੀ ਦੁਸ਼ਟ ਲੋਕ ਉਤਪਾਤਾ ਉਪਦਰ ਬਿਠਾਉਂਦੇ ਆ, ਉਹਨਾਂ ਸਾਰੇ ਮਲੇਛਾਂ ਨੂੰ ਮੈਦਾਨੇ ਜੰਗ ਦੇ ਤਬਾਹ ਕਰ ਦਿਓ। ਜੇ ਅਸਤੁਜ ਤਬ ਸਰਨੀ ਪਰੇ, ਤਿਨਕੇ ਦੁਸ਼ਟ ਦੁਖਿਤ ਹਵੈ ਮਰੇ। ਇਹ ਅਸਤੁਜ ਸ੍ਰੀ ਸਾਹਿਬ ਦੇ ਧਾਰਨੀ ਅਕਾਲ ਪੁਰਖ ਜੀ, ਜਿਹੜੇ ਲੋਕ ਤੇਰੀ ਸ਼ਰਨ ਵਿੱਚ ਪੈ ਗਏ, ਉਹਨਾਂ ਦੇ ਦੁਸ਼ਟ ਜਿਹੜੇ ਪਾਪੀ ਦੁਸ਼ਮਣ ਦੁਖੀ ਹੋ ਕੇ ਮਰਦੇ ਨੇ। ਤਾਈਓ ਤਾਂ ਚੌਪੀ ਦੀ ਨਿੰਦਿਆ ਕਰਾਤੀ ਵੀ ਲੋਕ ਪੜ੍ਹਨ ਹੀ ਨਾ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਇਹ ਵਾਹਿਗੁਰੂ ਜਿਹੜੇ ਪੁਰਸ਼ ਤੇਰੇ ਚਰਨੀ ਪੈ ਗਏ, ਉਹਨਾਂ ਦੇ ਤੁਸੀਂ ਸਾਰੇ ਦੁੱਖ ਦੂਰ ਕਰ ਦਿੱਤੇ ਆ। ਜੋ ਕਲ ਕਉ ਇੱਕ ਬਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ। ਕਲ ਹੁੰਦਾ ਕਾਲ ਦਾ ਸੰਖੇਪ ਰੂਪ। ਕਲ ਭਾਵ ਸੁੰਦਰ ਸਰੂਪ ਵਾਹਿਗੁਰੂ ਨੂੰ ਜੋ ਇੱਕ ਵਾਰ ਵੀ ਧਿਆਏਗਾ, ਉਹਦੇ ਨੇੜੇ ਕਾਲ ਕਦੇ ਆ ਹੀ ਨਹੀਂ ਸਕਦਾ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਉਹਦੀ ਸਾਰੇ ਸਮੇਂ ਵਿੱਚ ਰੱਖਿਆ ਹੋਵੇਗੀ। ਦੁਸ਼ਟ ਭਾਵ ਵੈਰੀ ਅਤੇ ਅਰਿਸ਼ਟ ਉਪਦਰਵ ਕਰਨ ਵਾਲੇ ਛੇਤੀ ਉਹ ਟਲ ਜਾਣਗੇ ਉਹਦੇ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਿਓ, ਤਾਂ ਕਿ ਤਾਪ ਤਨਕ ਮੈਂ ਹਰਿਓ। ਇਹ ਅਕਾਲ ਪੁਰਖ ਜਿਸ ਵੱਲ ਵੀ ਆਪ ਕਿਰਪਾ ਦ੍ਰਿਸ਼ਟੀ ਤਨ ਭਾਵ ਨਾਲ ਵੇਖਦੇ ਹੋ, ਉਹਦੇ 3 ਤਾਪ ਆਦਿ ਵਿਆਧੀ ਪਾਦੀ ਥੋੜ੍ਹੇ ਸਮੇਂ 'ਚ ਨਾਸ ਕਰ ਦਿੰਦੇ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਛਾਹ ਛੁਐ ਸਕੈ ਨਾ ਕੋਈ। ਉਹਦੇ ਘਰ ਵਿੱਚ ਸਭ ਰਿੱਧੀਆਂ ਸਿੱਧੀਆਂ ਪ੍ਰਗਟ ਹੋ ਜਾਂਦੀਆਂ ਨੇ। ਦੁਸ਼ਟ ਬੰਦੇ ਉਹਦੀ ਛਾਂ ਨੂੰ ਛੋਹ ਵੀ ਨਹੀਂ ਸਕਦੇ, ਭਾਵ ਉਹਦੇ ਸਰੀਰ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ।
चारणी दोहरा जिसनो साजन राखसी दुश्मन कवन विचार छुए न सकै ते छाहे को निफल जाए गवार जे साधु सरणी परे तिनके कवन विचार दंत जीव जिम राख है दुष्ट अरिष्ट संगार। जिवें दंद ਬੱਤੀਆਂ ਦੇ ਵਿਚਕਾਰ ਜੀਭ ਹੈ ਵਿਚਾਰੀ ਇੰਨੀ ਕੋਮਲ ਪਰ ਫੇਰ ਵੀ ਉਹ ਰੱਖਦਾ ਹੈ ਨਾ, ਇਸ ਪ੍ਰਕਾਰ ਆਪਣੇ ਪਿਆਰੇ ਨੂੰ ਰੱਖਦਾ ਹੈ। ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸਤੇ ਤਾਂ ਹਿਓ ਬਾਰਾ। हे ਵਾਹਿਗੁਰੂ, ਇੱਕ ਵਾਰ ਵੀ ਜਿਹਨੇ ਤੁਹਾਨੂੰ ਪ੍ਰੇਮ ਨਾਲ ਯਾਦ ਕੀਤਾ ਉਹਨੂੰ ਤੁਸੀਂ ਕਾਲ ਦੀ ਫਾਹੀ ਤੋਂ ਬਚਾ ਲਿਆ। ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ। ਜਿਸ ਜੀਵ ਨੇ ਆਪ ਜੀ ਦੇ ਨਾਮ ਨੂੰ ਜਪਿਆ ਉਹ ਜੀਵ ਦਾਰਿਦ ਹੁੰਦਾ, ਆਰਥਿਕ ਮੰਦ ਦਸ਼ਾ ਸੋ ਜਾਂ ਦਲਿੱਦਰ ਖਾਨਾ ਜਿਹੜਾ ਲੰਮਾ ਹੀ ਪਿਆ ਰਹੇ ਹੋਈ ਸੋ ਦੁਸ਼ਟ ਹੁੰਦਾ ਦੁਸ਼ਮਣ ਤੇ ਵਾਰਾਂ ਤੋਂ, ਅਤੇ ਦੋਖ ਹੁੰਦਾ ਦੋਸ਼ਾਂ ਤੋਂ ਭਾਵ ਗੁਨਾਹਾਂ ਤੋਂ ਬਚ ਗਿਆ। ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦਾ ਲੇਹੋ ਉਬਾਰੀ। ਖੜਗ ਕੇਤ ਜਿਹਦੀ ਧੁਜਾ ਵਿੱਚ ਸ੍ਰੀ ਸਾਹਿਬ ਦਾ ਨਿਸ਼ਾਨ ਹੈ, ਜਿਵੇਂ ਨਿਸ਼ਾਨ ਸਾਹਿਬ ਦੇ ਵਿੱਚ ਦੇਖਿਆ ਪਰਲੇ ਉੱਤੇ ਸੋ ਸ੍ਰੀ ਸਾਹਿਬਾਂ ਦੇ ਵਿਚਾਲੇ ਖੰਡਾ ਹੁੰਦਾ। ਇਹ ਸ਼ਸਤਰਧਾਰੀ ਅਕਾਲ ਪੁਰਖ ਜੀ, ਮੈਂ ਆਪਦੀ ਸ਼ਰਨ ਵਿੱਚ ਹਾਂ, ਆਪ ਕਿਰਪਾ ਦਾ ਹੱਥ ਦੇ ਕੇ ਮੈਨੂੰ ਦੁੱਖਾਂ ਕਲੇਸ਼ਾਂ ਤੋਂ ਬਚਾ ਲਓ। ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ। ਇਹ ਵਾਹਿਗੁਰੂ ਸਰਬ ਠੌਰ ਹੁੰਦਾ, ਸਭ ਥਾਂ ਤੇ ਤੁਸੀਂ ਮੇਰੇ ਮਦਦਗਾਰ ਹੋ। ਦੁਸ਼ਟ ਭਾਵ ਸਰੀਰ ਤੇ ਵਾਰ ਕਰਨ ਵਾਲੇ ਦੁਸ਼ਮਣ, ਅਤੇ ਦੋਖ ਹੁੰਦਾ ਮਨ ਆਦਿਕ ਦੇ ਸੋ ਜਾਂ ਜੀਵਨ ਤੇ ਵਾਰ ਕਰਨ ਵਾਲੇ ਗੁਨਾਹਾਂ ਤੋਂ ਮੈਨੂੰ ਬਚਾ ਲਓ। ਸੋ ਅੱਗੇ ਚੌਪੀ ਸਾਹਿਬ ਨਾਲ ਸੋ ਸੰਬੰਧਿਤ ਹੋਰ ਬਾਣੀ ਉਚਾਰਨ ਕਰਦੇ ਹੈ, ਜਿਸ ਵਿੱਚ ਗ੍ਰੰਥ ਦੀ ਸੰਪੂਰਨਤਾ ਜ਼ਿਕਰ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕੀਤਾ ਹੈ। ਇਹਦੇ ਨਾਲ ਨਾਲ ਚੌਪੀ ਸਾਹਿਬ ਦਾ ਮਹਾਤਮ, ਇਹਦੇ ਰਚਨ ਦਾ ਸਮਾਂ ਤੇ ਥਾਂ ਵੀ ਦੱਸਿਆ ਹੈ। ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸ਼ੁਭ ਰਾਤਾ। ਸਾਡੇ ਤੇ ਸਾਰੇ ਸੰਸਾਰ ਦੀ ਮਾਤਾ ਜੋ ਆਦਿ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਦੀ, ਜਗ ਮਾਤਾ ਸੰਸਾਰ ਦੇ ਨਿਮਿਤ ਕਾਰਨ ਸਰੂਪ ਅਕਾਲ ਪੁਰਖ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਸ਼ੁਭ ਰਾਤਾ ਚੰਗੀ ਰਾਤ ਭਾਵ ਚੰਗੇ ਸਮੇਂ ਤੇ ਇਹ ਗ੍ਰੰਥ ਸੰਪੂਰਨ ਕੀਤਾ ਹੈ। ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਕਉ ਛੈ ਕਰਤਾ। ਇਸ ਬਾਣੀ ਦਾ ਪਾਠ ਸਰੀਰ ਦੇ ਸਾਰੇ ਬੱਜਰ ਪਾਪਾਂ ਨੂੰ ਨਾਸ਼ ਕਰਦਾ ਹੈ। ਸੋ ਸਰੀਰ ਦੇ ਵੈਰੀ ਅਤੇ ਮਨ ਦੇ ਵਿਕਾਰਾਂ ਰੂਪ ਦੁਸ਼ਮਣਾਂ ਨੂੰ ਨਾਸ਼ ਕਰਦਾ ਹੈ। ਸੋ ਗ੍ਰੰਥ ਕਰਾ ਪੂਰਨ ਸ਼ੁਭ ਰਾਤਾ। ਇਹ ਗ੍ਰੰਥ ਦੀ ਕਿਉਂਕਿ ਸਮਾਪਤੀ ਵੀ ਕੀਤੀ ਆ, ਚੌਪੀ ਸਾਹਿਬ ਅੰਤਿਮ ਸਮੇਂ ਤੇ ਜਾ ਕੇ ਉਚਾਰਨ ਕੀਤਾ ਸੀ, ਜਿੱਥੇ ਮਹਾਰਾਜ ਨੇ 405 ਚਰਿੱਤਰ ਲਿਖਣ ਤੋਂ ਬਾਅਦ ਕਾਲ ਚੱਕਰ ਨੂੰ ਦੇਖ ਕੇ ਸ੍ਰੀ ਆਸ ਤੁਜ ਜਾ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ। ਸ੍ਰੀ ਸ਼੍ਰੋਮਣੀ ਆਸ ਤੁਜ, ਸ੍ਰੀ ਸਾਹਿਬ ਦੇ ਨਿਸ਼ਾਨ ਵਾਲੇ ਸ਼ਸਤਰਧਾਰੀ ਪ੍ਰਭੂ ਜੀ ਜਦੋਂ ਮਿਹਰਬਾਨ ਹੋਏ ਤਾਂ ਇਹ ਗ੍ਰੰਥ ਬਹੁਤ ਛੇਤੀ ਸੰਪੂਰਨ ਕਰ ਦਿੱਤਾ। ਕਿਰਪਾ ਹੋ ਗਈ ਉਹਨਾਂ ਦੀ। ਮਨ ਬਾਛਤ ਫਲ ਪਾਵੈ ਸੋਈ ਦੁਖ ਨ ਸਹਿ ਵਿਆਪਤ ਕੋਈ। ਜਿਹੜਾ ਇਸ ਗ੍ਰੰਥ ਨੂੰ ਪੜ੍ਹੇਗਾ ਉਹ ਮਨ ਇੱਛਤ ਫਲ ਪ੍ਰਾਪਤ ਕਰ ਲਵੇਗਾ ਅਤੇ ਉਹਨੂੰ ਕੋਈ ਵੀ ਦੁੱਖ ਨਹੀਂ ਪਹੁੰਚ ਸਕੇਗਾ। ਪਰ ਜਿਹੜਾ ਚੌਪੀ ਸਾਹਿਬ ਦਾ ਪਾਠ ਕਰੇਗਾ, ਕਿਰਪਾ ਤਾਂ ਉਹਦੇ ਤੇ ਮਹਾਰਾਜ ਨੇ ਕਰਨੀ ਹੈ, ਕਿਉਂਕਿ ਦੱਸਿਆ ਨਾ ਅੜਿੱਲ, ਇਸ ਅੜਿੱਲ ਛੰਦ ਵਿੱਚ ਚੌਪੀ ਸਾਹਿਬ ਦਾ ਮਹਾਤਮ ਹੁਣ ਲਿਖਦੇ ਨੇ। ਜਿਹੜਾ ਚੌਪੀ ਸਾਹਿਬ ਦਾ ਪਾਠ ਕਰੇਗਾ, ਸੁਨੈ ਗੁੰਗ ਜੋ ਯਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ। ਜਿਹੜਾ ਜ਼ੁਬਾਨ ਤੋਂ ਗੂੰਗਾ ਆਦਮੀ ਪ੍ਰੇਮ ਸ਼ਰਧਾ ਨਾਲੇ ਚੌਪੀ ਸਾਹਿਬ ਬਾਣੀ ਦਾ ਪਾਠ ਕਰੇਗਾ, ਉਹ ਰਸਨਾ ਭਾਵ ਜ਼ੁਬਾਨ ਪ੍ਰਾਪਤ ਕਰ ਲਏਗਾ, ਉਹਨੂੰ ਬੋਲਣਾ ਆ ਜਾਵੇਗਾ। ਇਹ ਦੱਸਿਆ ਹੋਇਆ ਪਹਿਲਾਂ, ਕਈਆਂ ਦੀ ਜ਼ੁਬਾਨ ਆ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ। ਸੋ ਇਸ ਪ੍ਰਕਾਰ ਕਈ ਕਹਿੰਦੇ ਜੀ ਸ਼ਰਤ ਨਾਲ ਸ਼ਰਤ ਲਾਓ ਜੀ, ਜ਼ੁਬਾਨ ਨਹੀਂ ਆ ਸਕਦੀ। ਕੋਈ ਨਹੀਂ, ਮੌਕੇ 'ਤੇ ਦੱਸਾਂਗੇ, ਜਦੋਂ ਸ਼ਰਤਾਂ ਲਾਉਣੀਆਂ ਹੋਣਗੀਆਂ ਫਿਰ ਦਿਖਾਵਾਂਗੇ ਜੀ। ਜੋ ਕੋਈ ਮੂਰਖ ਆਦਮੀ ਚਿੱਤ ਲਾ ਕੇ ਇਸ ਬਾਣੀ ਨੂੰ ਸ਼ਰਧਾ ਅਤੇ ਵਿਚਾਰ ਨਾਲ ਸੁਣੇਗਾ, ਉਹਨੂੰ ਵਿਦਿਆ ਦੀ ਚਤੁਰਾਈ ਉਕਤੀ ਜੁਗਤੀ ਪ੍ਰਾਪਤ ਹੋ ਜਾਵੇਗੀ। ਦੁਖ ਦਰਦ ਭਉ ਨਿਕਟ ਨ ਤਿਨ ਨਰ ਕੇ ਰਹੈ ਹੋ ਜੋ ਯਾ ਕੀ ਏਕ ਬਾਰ ਚਉਪਈ ਕੋ ਕਹੈ ਹੋ। ਆ ਜਿਹੜਾ ਅੜਿੱਲ ਦੀ ਚਾਲ ਹੈ, ਸੋ ਉਸ ਪੁਰਸ਼ ਦੇ ਨੇੜੇ ਦੁੱਖ ਦਰਦ, ਸਰੀਰਕ ਤੇ ਮਾਨਸਿਕ ਦੁੱਖ ਅਤੇ ਕਿਸੇ ਕਿਸਮ ਦਾ ਭੈ ਵੀ ਨਹੀਂ ਰਹਿ ਸਕਦਾ। ਹੋਤ ਭਾਵੇ ਭਾਈ, ਜੋ ਭਾਵ ਯਾ ਕੀ ਹੁੰਦਾ, ਇਸ ਕਵੀ ਦੀ ਲਿਖੀ ਹੋਈ ਚੌਪਈ ਸਾਹਿਬ ਨੂੰ ਇੱਕ ਵਾਰ ਵੀ ਮੁੱਖੋਂ ਪੜ੍ਹ ਲਵੇਗਾ, ਉਹਨੂੰ ਸਾਰੇ ਫਲ ਪ੍ਰਾਪਤ ਹੋਣਗੇ। ਅੱਗੇ ਫਿਰ ਇਸ ਪ੍ਰਕਾਰ ਸਮਾਪਤੀ, ਜਦੋਂ ਕਿਤੇ ਗ੍ਰੰਥ ਦੀ ਸੰਪੂਰਨਤਾ ਸਮਾਂ ਦੱਸਦੇ ਸਥਾਨ ਚੌਪਈ, ਚੌਪੀ ਉਚਾਰਨ ਕਰਦੇ ਨੇ। ਸੰਬਤ 17 ਸਹਿਸ ਭਣਿਜੈ ਅਰਧ ਸਹਿਸ ਪੁਨ ਤੀਨ ਕਹਿਜੈ ਬਿਕਰਮੀ ਸੰਮਤ 1700 ਭਣਿਜੈ ਕਹੀ ਦੱਸ। ਫਿਰ ਇਸ ਤੋਂ ਉੱਤੇ ਅਰਧ ਸਹਿਸ ਅੱਧਾ 100 ਹੁੰਦਾ 50, ਅਤੇ ਇਸ ਨਾਲ 3 ਹੋਰ ਆਖ ਦਿਓ, ਭਾਵ ਬਿਕਰਮੀ ਸੰਮਤ 1753 ਸੀ ਜਦੋਂ ਇਹ ਗ੍ਰੰਥ ਸੰਪੂਰਨ ਹੋਇਆ। ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ। ਭਾਦਰਵ ਹੁੰਦਾ ਭਾਦੋਂ ਦਾ ਮਹੀਨਾ ਸੀ, ਸੁਦੀ ਹੁੰਦਾ ਚਾਨਣ ਪੱਖ ਦੀ 8ਵੀਂ ਤਿਥ ਸੀ, ਅਤੇ ਰਵਿਵਾਰਾ ਹੁੰਦਾ ਐਤਵਾਰ ਦਾ ਦਿਨ ਸੀ। ਤੀਰ ਸਤਦਰਵ ਸਤਲੁਜ ਦਰਿਆ ਦੇ ਕਿਨਾਰੇ ਇਹ ਗ੍ਰੰਥ ਸੁਧਾਰਾ ਭਾਵ ਰਚਨਾ ਕੀਤਾ ਹੈ।
ਸੋ ਸੰਪਰਦਾਇ ਅਨੁਸਾਰ ਸਤਲੁਜ ਦੇ ਕਿਨਾਰੇ ਇੱਕ ਪਹਾੜੀ ਦਾ ਟਿੱਲਾ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਿਭੌਰ ਸਾਹਿਬ ਹੈ, ਚੌਪਈ ਸਾਹਿਬ ਦੀ ਇੱਥੇ ਰਚਨਾ ਕਰਕੇ ਮਹਾਰਾਜ ਨੇ ਆਪ ਵੀ ਇੱਥੇ 1,13,000 ਚੌਪਈ ਸਾਹਿਬ ਦਾ ਪਾਠ ਕੀਤਾ ਸੀ। ਇਹ ਦਸਮ ਦੇ ਦੋਹਰੇ ਲਿਖਣ ਦਾ ਭਾਵ ਇਹ ਸੀ ਅਰਥ ਵੀ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਾਣੀ, ਇੱਕ ਦਸਮ ਦੇ ਸਾਰੇ ਅਲੱਗ-ਅਲੱਗ ਦੋਹਰੇ ਲੈ ਕੇ ਲਿਖਣ ਦਾ ਮਤਲਬ ਸੀ ਕਿ ਖਾਲਸਾ ਪੰਥ ਦਸਮ ਦੇ ਨਾਲ ਵੀ ਜੁੜਿਆ ਰਹੂਗਾ ਇਸ ਢੰਗ ਨਾਲ। ਹੌਲੀ ਹੌਲੀ ਬਹੁਤ ਸਾਰੇ ਮਨਮੱਤੀਆਂ ਨੇ ਜਿਹੜੇ ਸੀ ਵਿੱਚੋਂ ਕੱਢ ਦਿੱਤੇ ਸਾਰੇ। ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲਿਆਂ ਨੇ ਮੈਨੂੰ ਇਹ ਗੱਲ ਕਹੀ ਸੀ, ਕਹਿੰਦੇ ਦੋਹਰੇ ਕੱਟ ਕੇ ਬਹੁਤ ਵੱਡੀ ਗਲਤੀ ਕੀਤੀ ਹੈ, ਕਿਉਂਕਿ ਜੇ ਦੋਹਰੇ ਆਪਾਂ ਕੱਢਤੇ ਤਾਂ ਦਸਮ ਨਾਲੋਂ ਵੀ ਸਾਰਾ ਪੰਥ ਟੁੱਟ ਗਿਆ। ਸੋ ਇਸ ਸਵਈਏ ਵਿੱਚ ਦਸ਼ਮੇਸ਼ ਜੀ ਨੇ ਆਪਣਾ ਸਿਧਾਂਤ ਪ੍ਰਗਟਾਇਆ ਤਾਂ ਕਿ ਕਿਸੇ ਨੂੰ ਇਹ ਭੁਲੇਖਾ ਨਾ ਲੱਗ ਜਾਏ ਕਿ ਦਸਮ ਗ੍ਰੰਥ ਦੇ ਅੰਦਰ ਅਨੇਕ ਤਰ੍ਹਾਂ ਦੀ ਰਚਨਾ ਸਵੈ ਮਤ ਅਨੁਵਾਦ ਅਤੇ ਪਰਮਤ ਅਨੁਵਾਦ ਕੀਤੀ ਹੈ। ਇਸ ਵਿੱਚ ਗੁਰਮਤ ਸਿਧਾਂਤ ਕੀ ਹੋ ਸਕਦਾ ਹੈ, ਉਹਦਾ ਹਰ ਰਚਨਾ ਦੇ ਅੰਤ ਤੇ ਨਿਚੋੜ ਕੱਢਿਆ ਅਤੇ ਇਹ ਸਵਈਆ ਵੀ ਰਾਮਾ ਅਵਤਾਰ ਦੇ ਅਖੀਰ ਤੇ ਗੁਰੂ ਮਹਾਰਾਜ ਨੇ ਇਉਂ ਆਪਣਾ ਸਿਧਾਂਤ ਦੱਸਿਆ ਉੱਥੇ, ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਕਾਲ ਪੁਰਖ ਦੇ ਸਨਮੁਖ ਇਹ ਸਰਬ ਸ਼ਕਤੀਮਾਨ ਅਕਾਲ ਪੁਰਖ ਜੀਓ, ਜਦੋਂ ਤੋਂ ਮੈਂ ਆਪ ਜੀ ਦੇ ਪਾਏ ਭਾਵ ਚਰਨ ਪਕੜੇ ਨੇ, ਉਸ ਸਮੇਂ ਤੋਂ ਕੋਈ ਦੇਵੀ ਦੇਵਤਾ, ਕੋਈ ਰਹਿਬਰ ਅਵਤਾਰ ਅੱਖਾਂ ਹੇਠਾਂ ਦੂਜਾ ਲਿਆਂਦਾ ਹੀ ਨਹੀਂ, ਸਿਰਫ ਇੱਕ ਪ੍ਰਮਾਤਮਾ ਦਾ ਨਾਮ ਲਿਆ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਰਾਮ ਹੁੰਦਾ ਵਿਸ਼ਨੂੰ ਦਾ ਅਵਤਾਰ ਰਾਮਚੰਦਰ ਜੀ, ਜੋ ਹਿੰਦੂਆਂ ਦਾ ਰੱਬ ਹੈ, ਰਹੀਮ ਮੁਸਲਮਾਨਾਂ ਦਾ ਖੁਦਾ ਹੈ। ਇਹਨਾਂ ਦੇ ਧਰਮ ਗ੍ਰੰਥ ਪੁਰਾਣ ਅਤੇ ਕੁਰਾਨ ਮੰਨੇ ਜਾਂਦੇ ਆ। ਉਹ ਭਾਵੇਂ ਅਨੇਕਾਂ ਹੀ ਮਤ ਨੇ, ਉਹ ਸਤਿਕਾਰ ਕਰਨ, ਮੰਨਣ, ਰੱਬ ਮੰਨਣ, ਸਭ ਠੀਕ ਹੈ, ਪਰ ਅਸੀਂ ਉਹਨਾਂ ਦਾ ਇੱਕ ਵੀ ਸਿਧਾਂਤ ਨਹੀਂ ਮੰਨਿਆ, ਕਿਉਂਕਿ ਅਸੀਂ ਗੁਰਮਤਿ ਅਨੁਸਾਰ ਗੁਰੂ ਨਾਨਕ ਦੇ ਸਿੱਖ ਹਾਂ। ਇਸ ਕਰਕੇ ਅਸੀਂ ਗੁਰੂ ਘਰ ਨੂੰ ਮੰਨਦੇ ਹਾਂ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ। ਹਿੰਦੂਆਂ ਦੀਆਂ 27 ਸਿਮਰਤੀਆਂ, 6 ਸ਼ਾਸਤਰ, 4 ਵੇਦ ਅਤੇ ਸਾਰੇ ਹੀ ਧਰਮ ਗ੍ਰੰਥ ਬਹੁਤ ਤਰ੍ਹਾਂ ਦੇ ਭੇਦ ਭਾਵ, ਭੇਤ, ਸਿਧਾਂਤ, ਆਸ਼ੇ ਕਹਿੰਦੇ ਨੇ, ਪਰ ਅਸੀਂ ਉਹਨਾਂ ਦਾ ਇੱਕ ਵੀ ਸਿਧਾਂਤ ਆਪਣੇ ਅਨੁਕੂਲ ਨਹੀਂ ਜਾਣਿਆ, ਕਿਉਂ ਗੁਰੂ ਨਾਨਕ ਦੇ ਘਰ ਦੇ ਅਨੁਕੂਲ ਨਹੀਂ ਹਨ। ਮਹਾਰਾਜ ਨੇ ਨਾਨਕ ਕੈ ਘਰ ਕੇਵਲ ਨਾਮ, ਉਧ ਤਮੋ ਰਜੋ ਸਤੋ ਵਰਤਿਆ। ਇੱਥੇ ਚੌਥੇ ਪਦ ਦੀ ਗੱਲ ਹੈ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਇਹ ਸ੍ਰੀ ਅਸਪਾਨ, ਸ੍ਰੀ ਸਹਿਜ ਦੇ ਧਾਰਨ ਵਾਲੇ ਅਕਾਲ ਪੁਰਖ, ਤੇਰੀ ਕਿਰਪਾ ਕਰਕੇ ਜੋ ਵੀ ਕੁਝ ਮੇਰੇ ਮੁਖਾਰ ਵਿੱਚੋਂ ਨਿਕਲਿਆ ਉਹ ਮੈਂ ਨਹੀਂ ਉਚਾਰਨ ਕੀਤਾ, ਬਲਕਿ ਸਾਰਾ ਕੁਝ ਤੂੰ ਆਪ ਹੀ ਉਚਾਰਨ ਕੀਤਾ। ਇਹ ਕਵੀ ਜੀ ਦੀ ਨਿਮਰਤਾ ਹੈ। ਸੋ ਅਗਲੇ ਦੋਹਰੇ ਵਿੱਚ ਅਕਾਲ ਪੁਰਖ ਤੇ ਪੂਰਨ ਸਿਦਕ ਤੇ ਭਰੋਸਾ ਰੱਖ ਕੇ ਅਰਦਾਸ ਕੀਤੀ। ਦੋਹਰਾ ਸਗਲ ਦੁਆਰ ਕਉ ਛਾੜ ਕੈ, ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਇਹ 254 ਅੰਗ ਤੇ ਲਿਖਿਆ ਮਹਾਰਾਜ ਨੇ ਆਦਿ ਸ੍ਰੀ ਦਸਮ ਗ੍ਰੰਥ ਵਿੱਚ। ਇਹ ਅਕਾਲ ਪੁਰਖ, ਮੈਂ ਹੋਰ ਦੇਵੀ ਦੇਵਤਿਆਂ ਦੇ ਸਾਰੇ ਦਰ ਛੱਡ ਕੇ ਸਿਰਫ ਤੁਹਾਡਾ ਹੀ ਦਰ ਪਕੜਿਆ। ਇਹ ਅਕਾਲ ਪੁਰਖ ਜੀ, ਹੁਣ ਮੇਰੀ ਬਾਂਹ ਫੜੀ ਦੀ ਆਪ ਜੀ ਨੂੰ ਲਾਜ ਹੈ। ਇਹ ਗੋਬਿੰਦ ਰਾਏ ਭਾਵ ਗੁਰੂ ਗੋਬਿੰਦ ਸਿੰਘ ਕਵੀ ਜੀ ਤੁਹਾਡਾ ਨਿਮਾਣਾ ਸੇਵਕ ਹੈ। ਇਹ ਸਾਰੀ ਬਾਣੀ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਦਸਮ ਗ੍ਰੰਥ ਵਿੱਚ ਉਚਾਰਨ ਕੀਤੀਆਂ ਰਚਨਾਵਾਂ ਦਾ ਨਿਚੋੜ ਹੈ। ਇਹ ਬਾਣੀ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਦਸ਼ਮੇਸ਼ ਪਿਤਾ ਦੀ ਆਗਿਆ ਨਾਲ 5 ਗ੍ਰੰਥੀ ਪੋਥੀ ਵਿੱਚ ਲਿਖਵਾਈ ਸੀ, ਜਿਹਨੂੰ ਸਾਰੇ ਪੁਰਾਤਨ ਸਿੰਘ ਸੰਪੂਰਨ ਪੜ੍ਹਿਆ ਕਰਦੇ ਸੀ। ਤੇ ਹੁਣ ਵੀ ਸੰਪਰਦਾ ਸਾਰੀਆਂ ਹਜੂਰ ਸਾਹਿਬ, ਪਟਨਾ ਸਾਹਿਬ ਵਿੱਚ ਇਹ ਸਾਰੀ ਬਾਣੀ ਦੋਹਰੇ ਤੇ ਚੌਪਈਆਂ ਸਮੇਤ ਪੂਰਨ ਪੜ੍ਹੀ ਸੁਣੀ ਜਾਂਦੀ ਹੈ। ਦੂਜਾ ਕਾਰਨ ਇਹ ਵੀ ਸੀ ਕਿ ਦਸਮ ਗ੍ਰੰਥ ਦੀ ਬਾਣੀ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਲੋਕਾਂ ਦਾ ਭਰਮ ਵੀ ਦੂਰ ਕਰਨਾ ਸੀ, ਕਿਉਂਕਿ ਬਹੁਤ ਸਾਰੇ ਤਰਕਵਾਦੀ ਦਸਮ ਗ੍ਰੰਥ ਦੀਆਂ ਰਚਨਾਵਾਂ ਜਿਵੇਂ ਕਿ 24 ਅਵਤਾਰਾਂ ਦੀ ਕਥਾ, ਚੰਡੀ ਚਰਿੱਤਰ, ਸ਼ਸਤਰ ਨਾਮਮਾਲਾ, ਪਖਿਆਨ ਚਰਿੱਤਰ ਆਦਿ ਤੇ ਸ਼ੰਕਾ ਕਰਦੇ ਸੀ ਇਹ ਗੁਰੂ ਮਹਾਰਾਜ ਦੀ ਰਚਨਾ ਕਿਵੇਂ ਹੋ ਸਕਦੀ ਹੈ। ਪਰ ਗੁਰੂ ਮਹਾਰਾਜ ਨੇ ਨਿਤਨੇਮ ਦੀ ਬਾਣੀ ਵਿੱਚ ਉਹਨਾਂ ਰਚਨਾਵਾਂ ਦੇ ਮੁੱਖ ਅਤੇ ਸਿਧਾਂਤ ਰੂਪ ਅੰਸ਼ ਨੂੰ ਸਮਿਲਿਤ ਕਰਕੇ ਹਰ ਗੁਰਸਿੱਖ ਨੂੰ ਇਹ ਵਿਸ਼ਵਾਸ ਦਿਵਾਤਾ ਕਿ ਸਾਰੀ ਰਚਨਾ ਹਜ਼ੂਰ ਦੀ ਆਪਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।